ਅਭੁੱਲ ਯਾਦਾਂ ਭਾਗ 8ਵਾਂ। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ। ਆਈ ਆਜ਼ਾਦੀ ਆਈ ਆਜ਼ਾਦੀ, ਸ਼ੈਤਾਨ ਦੇਵਤਾ ਘਰੋਂ ਬੇਘਰ ਹੋ ਗਏ। 22 ਅਗਸਤ ਦੀ ਰਾਤ ਆਪਣੇ ਬੇਗਾਨੇ ਹੋ ਗਏ, ਸਹਾਇਤਾ ਨਹੀਂ ਸੌਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਆਜ਼ਾਦੀ ਆਈ ਆਜ਼ਾਦੀ। ਮਹਾਭਾਰਤ ਤੋਂ ਲੈ ਕੇ 1849 ਈਸਵੀ ਤੱਕ ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਸੀ ਬਣਿਆ। ਇਹ ਬਹੁਤ ਸਾਰੇ ਸੁਤੰਤਰ ਜਾਂ ਅਰਧ ਸੁਤੰਤਰ ਰਾਜਵਾੜਿਆਂ ਵਿੱਚ ਵੰਡਿਆ ਹੋਇਆ ਸੀ। ਜਿਹੜਾ ਜਰਾ ਕੁ ਦੂਸਰਿਆਂ ਨਾਲੋਂ ਬਲੀ ਹੋਇਆ, ਉਹਨੇ ਅਸਵਮੇਧ ਜੱਗ ਵਾਸਤੇ ਘੋੜਾ ਛੱਡਿਆ। ਕਿਸੇ ਤੋਂ ਲੜ ਕੇ ਤੇ ਕਿਸੇ ਤੋਂ ਦਬਾਅ ਪਾ ਕੇ ਹੀ ਕੁਛ ਨਜ਼ਰਾਨਾ ਲਿਆ। ਉਸ ਤੋਂ ਪਿੱਛੋਂ ਰਾਜ ਬਣਤਰ ਫਿਰ ਉਹ ਰਹੀ। ਅੰਗਰੇਜ਼ ਆਏ, ਕੁਝ ਫਰਾਂਸੀਸੀ ਤੇ ਪੁਰਤਗਾਲੀ ਵੀ ਆਏ। ਉਹਨਾਂ ਭਾਰਤ ਵਿੱਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ, ਪਰ ਵਧੇਰੇ ਅੰਗਰੇਜ਼ ਹੀ ਸਫਲ ਹੋਏ। 1849 ਈਸਵੀ ਵਿੱਚ ਪੰਜਾਬ ਫਤਿਹ ਕਰਕੇ ਉਹਨਾਂ ਸਾਰੇ ਭਾਰਤ ਉੱਤੇ ਆਪਣਾ ਝੰਡਾ ਝੁਲਾ ਦਿੱਤਾ। 1857 ਦਾ ਗਦਰ, ਜੋ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਨਾਮ ਥੱਲੇ ਲੜਿਆ ਗਿਆ ਸੀ, ਉਸ ਤੇ ਕਾਬੂ ਪਾ ਲੈਣ ਪਿੱਛੋਂ ਅੰਗਰੇਜ਼ਾਂ ਦੇ ਬਾਦਸ਼ਾਹ ਮਲਕਾ ਨੇ ਭਾਰਤ ਨੂੰ ਆਪਣੇ ਤਾਜ ਥੱਲੇ ਲਿਆ। ਉਸ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਹੀ ਰਾਜ ਕਰਦੀ ਰਹੀ। ਇੰਨੀ ਲੰਮੀ ਟੂਕ ਤੋਂ ਮੇਰਾ ਮਤਲਬ ਹੈ ਕਿ ਅੰਗਰੇਜ਼ਾਂ ਨੇ ਸਾਡੇ ਉੱਤੇ ਬਹੁਤ ਜ਼ੁਲਮ ਕੀਤੇ, ਪਰ ਉਹ ਇਸ ਦੇਸ਼ ਨੂੰ ਇੱਕ ਝੰਡੇ ਥੱਲੇ ਇਕੱਠਾ ਕਰ ਗਏ। 1947 ਈਸਵੀ ਵਿੱਚ ਅਸਾਂ ਅੰਗਰੇਜ਼ਾਂ ਤੋਂ ਛੁਟਕਾਰਾ ਪਾ ਲਿਆ, ਆਜ਼ਾਦ ਹੋ ਗਏ, ਪਰ ਦੇਸ਼ ਨੂੰ ਇੱਕ ਨਾ ਰੱਖ ਸਕੇ। ਉਸ ਦੇ 3 ਟੁਕੜੇ ਕਰ ਲਏ। ਕੀ ਕੋਈ ਲੀਡਰ ਇਸ ਗਲਤੀ ਨੂੰ ਵੀ ਪ੍ਰਵਾਨ ਕਰੇਗਾ? ਨਹੀਂ। ਸਾਡੇ ਕਿਸੇ ਵੱਡੇ ਤੋਂ ਵੱਡੇ ਆਗੂ ਵਿੱਚ ਵੀ ਇਹ ਇਖਲਾਕੀ ਦਲੇਰੀ ਨਹੀਂ। ਆਜ਼ਾਦੀ ਆ ਗਈ, ਦੇਸ਼ ਵੰਡਿਆ ਗਿਆ, ਲਹੂ ਦੀਆਂ ਨਦੀਆਂ ਵਗੀਆਂ, ਹਜ਼ਾਰਾਂ ਮਰੇ ਤੇ ਲੱਖਾਂ ਘਰਾਂ ਤੋਂ ਉਜੜੇ, ਪਰ ਸਾਡੇ ਲੀਡਰ ਦਮਗਜ਼ੇ ਮਾਰਦੇ ਸਨ ਕਿ ਅਸਾਂ ਬਿਨਾਂ ਲਹੂ ਦੀ ਬੂੰਦ ਡੁੱਲੇ ਦੇਸ਼ ਆਜ਼ਾਦ ਕਰਾ ਲਿਆ। ਉਹ ਸੱਚ ਕਹਿੰਦੇ ਸਨ, ਕਿਉਂਕਿ ਸਾਰੇ ਭਾਰਤ ਵਿੱਚ ਕਿਸੇ ਇੱਕ ਲੀਡਰ ਦਾ ਵੀ ਲਹੂ ਨਹੀਂ ਸੀ ਡੁੱਲਿਆ। ਤੇ ਗਰੀਬਾਂ ਦਾ ਕੀ ਹੈ, ਉਹਨਾਂ ਵਿੱਚ ਲਹੂ ਹੁੰਦਾ ਹੀ ਕਦੋਂ ਹੈ। ਆਜ਼ਾਦੀ ਆ ਗਈ, ਅੰਗਰੇਜ਼ਾਂ ਦਾ ਇੱਕ ਕੀਤਾ ਭਾਰਤ ਵੰਡਿਆ ਗਿਆ। ਇਹ ਭਾਰਤ ਦੇ ਲੀਡਰਾਂ ਦੀ ਰਾਜਨੀਤਿਕ ਹਾਰ ਸੀ। 14 ਅਗਸਤ ਨੂੰ ਪਾਕਿਸਤਾਨ ਨੇ ਰਾਜ ਸੱਤਿਆ ਸੰਭਾਲੀ ਤੇ 15 ਅਗਸਤ ਨੂੰ ਭਾਰਤ ਨੇ। ਪ੍ਰਧਾਨ ਮੰਤਰੀ ਬਣੇ ਪੰਡਤ ਜਵਾਹਰ ਲਾਲ ਨਹਿਰੂ। ਸਾਡਾ ਪਿੰਡ ਦੋਹਾਂ ਮੁਲਕਾਂ ਦੀ ਮਿਲਦੀ ਹੱਦ ਉੱਤੇ ਲਟਕਿਆ ਹੋਇਆ ਸੀ। ਸਾਨੂੰ ਇਹ ਪਤਾ ਨਹੀਂ ਸੀ ਕਿ ਅਸੀਂ ਭਾਰਤੀ ਹਾਂ ਜਾਂ ਪਾਕਿਸਤਾਨੀ। ਹੱਦਬੰਦੀ ਕਮਿਸ਼ਨ ਨੇ ਅਜੇ ਹੱਦ ਦਾ ਫੈਸਲਾ ਕਰਨਾ ਸੀ। ਸਾਡੇ ਨੁਮਾਇੰਦੇ ਭਰੋਸਾ ਦਿਵਾਉਂਦੇ ਸਨ ਕਿ ਲਾਹੌਰ ਸ਼ਹਿਰ ਤਾਂ ਪਾਕਿਸਤਾਨ ਵਿੱਚ ਜਾਏਗਾ, ਪਰ ਮੀਆਂ ਮੀਰ ਵਾਲੀ ਨਹਿਰ ਤੋਂ ਚੜ੍ਹਦੇ ਪਾਸੇ ਦਾ ਸਾਰਾ ਜ਼ਿਲ੍ਹਾ ਭਾਰਤ ਵਿੱਚ ਰਹੇਗਾ। 17 ਅਗਸਤ ਨੂੰ ਸਾਨੂੰ ਪਤਾ ਲੱਗਾ ਕਿ ਸਾਡਾ ਪਿੰਡ ਪਾਕਿਸਤਾਨ ਵਿੱਚ ਹੈ। ਇਉਂ ਸਮਝੋ ਕਿ ਸਾਡੇ ਉੱਤੇ ਬਿਨ ਬੱਦਲੋਂ ਬਿਜਲੀ ਆ ਗਿਰੀ। ਸ਼ੈਤਾਨ ਦੇਵਤਾ। ਸਰਲੇਖ ਬੜਾ ਅਜੀਬ ਜਿਹਾ ਜਾਪੇਗਾ। ਸ਼ੈਤਾਨ ਦੇਵਤਾ ਹੈ ਜਾਂ ਦੇਵਤਾ ਸ਼ੈਤਾਨ ਹੈ? ਕਹਾਣੀਕਾਰ ਨੇ ਤਾਂ ਕਹਾਣੀ ਕਹਿਣੀ ਹੈ, ਫੈਸਲਾ ਪਾਠਕ ਦੇ ਹੱਥ ਵਿੱਚ ਹੈ। ਦੇਸ਼ ਵੰਡਿਆ ਗਿਆ। ਚੜ੍ਹਦੇ ਪਾਸਿਓਂ ਮੁਸਲਮਾਨ ਤੇ ਲਹਿੰਦੇ ਪਾਸਿਓਂ ਹਿੰਦੂ ਸਿੱਖ ਉਜੜਨੇ ਸ਼ੁਰੂ ਹੋ ਗਏ। ਇਨਸਾਨ ਨਾ ਰਿਹਾ, ਮਾਰ ਖੋਰਾ ਹੈਵਾਨ ਬਣ ਗਿਆ। ਉਜੜ ਕੇ ਆਉਣ ਵਾਲੇ ਫੱਟ ਖਾਦੇ ਸੱਪ ਵਾਂਗ ਵਧੇਰੇ ਜ਼ਹਿਰੀਲੇ ਹੋ ਗਏ। ਕਸੂਰ ਤੋਂ ਲਹਿੰਦੇ ਪਾਸੇ ਇੱਕ ਛੋਟਾ ਜਿਹਾ ਪਿੰਡ ਬੁਗਰੀ ਹੈ। ਉਸ ਵਿੱਚ ਹਿੰਦੂਆਂ ਸਿੱਖਾਂ ਦੀ ਵਸੋਂ ਥੋੜੀ ਹੀ ਸੀ, ਪਰ ਹਿੰਦੂ ਸਿੱਖ ਤੇ ਮੁਸਲਮਾਨ ਸਾਰੇ ਭਰਾਵਾਂ ਵਾਂਗ ਰਹਿੰਦੇ ਸਨ। ਆਜ਼ਾਦੀ ਨੇ ਸਭ ਦੇ ਦਿਲ ਬਦਲ ਦਿੱਤੇ। ਤਰਨਤਾਰਨ ਤੇ ਪੱਟੀ ਆਦਿ ਤੋਂ ਉੱਜੜ ਕੇ ਆਉਣ ਵਾਲੇ ਮੁਸਲਮਾਨ ਵਧੇਰੇ ਕਸੂਰ ਵਿੱਚ ਆ ਇਕੱਠੇ ਹੋਏ। ਕੁਛ ਕਸੂਰ ਦੇ ਗਾਜ਼ੀ ਤੇ ਲੁਟੇਰੇ ਇਕੱਠੇ ਹੋ ਗਏ। 16 ਅਗਸਤ ਨੂੰ ਸਵੇਰੇ ਉੱਠ ਕੇ ਉਹ ਬੁਗਰੀ ਤੇ ਪਏ। ਕੁਛ ਹਿੰਦੂ ਸਿੱਖ ਮਾਰੇ ਗਏ, ਕੁਛ ਜਾਨਾਂ ਬਚਾ ਕੇ ਨੱਸ ਗਏ, ਤੇ ਬੀਬੀਆਂ, ਉਹ ਸ਼ਰਾਰਤ ਮਰਦਾਂ ਦੀ ਹੁੰਦੀ ਹੈ ਤੇ ਸਜ਼ਾ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਭੁਗਤਣੀ ਪੈਂਦੀ ਹੈ। ਬੁਗਰੀ ਵਿੱਚ ਇੱਕ ਮੁਸਲਮਾਨ ਆਜੜੀ ਰਹਿੰਦਾ ਸੀ। 6 ਫੁੱਟ ਕੱਦ, 2 ਬੰਦਿਆਂ ਤੇ ਭਾਰੂ, ਤੇ ਕਿਹੜਾ ਕੁਕਰਮ ਸੀ ਜੋ ਉਹਨੇ ਨਾ ਕੀਤਾ ਹੋਵੇ।
ਪਿੰਡੋਂ ਪਹਾੜ ਦੀ ਬਾਹੀ 100 ਕੁ ਗਜ ਦੀ ਵਿੱਥ ਉੱਤੇ ਉਹਦਾ ਬੱਕਰੀਆਂ ਦਾ ਵਾੜਾ ਸੀ। ਉਦਾਲੇ ਛਾਪਿਆਂ ਦੀ ਵਾੜ ਤੇ ਵਿਚਕਾਰ ਇੱਕ ਕੱਚਾ ਕੋਠਾ, ਉਹ ਉਹਦਾ ਘਰ ਸੀ। ਸ਼ਾਮ ਦੇ ਵੇਲੇ ਕੋਈ ਮੁਸਲਮਾਨ ਇਸਤਰੀ ਵੀ ਡਰਦੀ ਉਸ ਪਾਸੇ ਨਹੀਂ ਸੀ ਨਿਕਲਦੀ। ਮੁਸਲਮਾਨਾਂ ਦਾ ਹਜੂਮ ਬੁਗਰੀ ਤੇ ਪਿਆ ਤਾਂ ਕੁਝ ਹਿੰਦੂ ਸਿੱਖ ਲੜਕੀਆਂ ਜੀ ਭਿਆਣੀਆਂ ਉਸੇ ਪਾਸੇ ਉੱਠ ਭੱਜੀਆਂ। ਉਸ ਵੇਲੇ ਸ਼ਾਮ ਪੈਣ ਵਾਲੀ ਸੀ। ਉਹ ਆਜੜੀ ਆਪਣੇ ਵਾੜੇ ਅੱਗੇ ਬਰਸ਼ੀ ਲਈ ਖੜਾ ਸੀ। ਉਹਨੇ ਹੌਸਲਾ ਦਿੰਦਿਆਂ ਕਿਹਾ, ਕੁੜੀਓ, ਤੁਸੀਂ ਮੇਰੀਆਂ ਧੀਆਂ ਹੋ, ਮੇਰੇ ਕਮਰੇ ਵਿੱਚ ਵੜ ਜਾਓ, ਤੁਹਾਡੀ ਇੱਜ਼ਤ ਦੀ ਰਾਖੀ ਮੈਂ ਕਰਾਂਗਾ। ਅਖਾਣ ਹੈ, ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਜਹਾਜ਼ ਨੂੰ ਅੱਗ ਲੱਗ ਜਾਏ ਤਾਂ ਆਦਮੀ ਪਾਣੀ ਵਿੱਚ ਛਾਲ ਮਾਰ ਦਿੰਦਾ ਹੈ, ਇਸ ਆਸਤੇ ਕਿ ਭਲਾ ਕੋਈ ਡੁੱਬਣ ਤੋਂ ਪਹਿਲਾਂ ਬਚਾ ਲਵੇ। ਤਾਂ ਉਹ ਲੜਕੀਆਂ ਉਹਦੇ ਕੋਠੇ ਵਿੱਚ ਜਾ ਵੜੀਆਂ। ਉਹਨੇ ਕੋਠੇ ਨੂੰ ਜੰਦਰਾ ਮਾਰ ਦਿੱਤਾ ਤੇ ਆਪ ਬਰਸ਼ੀ ਫੜ ਕੇ ਵਾੜੇ ਦੇ ਬੂਹੇ ਅੱਗੇ ਜਾ ਖਲੋਤਾ। ਪਿੱਛੋਂ ਲਾਲਾ ਲਾਲਾ ਕਰਦੇ 15-20 ਮੁਸਲਮਾਨ ਆ ਗਏ। ਇੱਕ ਮੌਲਵੀ ਨੁਮਾ ਮਾੜਚੂ ਜਿਹੇ ਨੇ ਕਿਹਾ, ਮੈਂ ਆਪ ਵੇਖੀਆਂ ਨੇ, ਉਹ ਕਾਫਰਾਂ ਦੀਆਂ ਕੁੜੀਆਂ ਐਸ ਕੋਠੇ ਵਿੱਚ ਵੜੀਆਂ ਨੇ। ਕਾਫਰਾਂ ਦੀਆਂ ਨਹੀਂ, ਉਹ ਮੇਰੀਆਂ ਧੀਆਂ ਨੇ। ਮੇਰੇ ਜਿਉਂਦਿਆਂ ਕੋਈ ਉਹਨਾਂ ਦੀ ਵਾਹ ਵੱਲ ਨਹੀਂ ਵੇਖ ਸਕਦਾ। ਆਓ ਜਿਹਨੇ ਆਉਣਾ ਏ, ਪਰ ਸੋਚ ਲਓ ਮੈਂ 5-7 ਨੂੰ ਮਾਰ ਕੇ ਮਰਾਂਗਾ। ਕਿਸੇ ਦੀ ਹਿੰਮਤ ਨਹੀਂ ਪਈ ਅਗਾਂਹ ਵਧਣ ਦੀ। ਦੂਰੋਂ ਹੀ ਗਾਲਾਂ ਕੱਢਦੇ ਉਹ ਪਿਛਾਂਹ ਨੂੰ ਮੁੜ ਗਏ। ਉਹਨਾਂ ਲੜਕੀਆਂ ਨੇ ਦੱਸਿਆ, ਸਾਰੀ ਰਾਤ ਉਹ ਬੂਹੇ ਅੱਗੇ ਖੜਾ ਅੱਲਾਹੂ ਅੱਲਾਹੂ ਕਰਦਾ ਰਿਹਾ। ਲੁਟੇਰੇ ਆਪਣਾ ਕੰਮ ਭੁਗਤਾ ਕੇ ਚਲੇ ਗਏ। ਦਿਨ ਚੜਿਆ, ਉਸਨੇ ਬੂਹਾ ਖੋਲ੍ਹਿਆ ਤੇ ਕਿਹਾ, ਚਲੋ ਬੱਚਿਓ, ਮੈਂ ਤੁਹਾਨੂੰ ਕਸੂਰ ਗੱਡੀ ਵਿੱਚ ਬਿਠਾ ਆਵਾਂ। ਬਰਸ਼ੀ ਫੜ ਕੇ ਉਹ ਉਹਨਾਂ ਦੇ ਮਗਰ ਲੱਗ ਤੁਰਿਆ। ਕਸੂਰ ਸਟੇਸ਼ਨ ਤੇ ਫਿਰੋਜ਼ਪੁਰ ਨੂੰ ਜਾਣ ਵਾਲੀ ਗੱਡੀ ਖੜੀ ਸੀ, ਜਿਸ ਵਿੱਚ ਕਸੂਰੋਂ ਉਜੜਨ ਵਾਲੇ ਹਿੰਦੂ ਸਿੱਖ ਬੈਠੇ ਸਨ। ਇੱਕ ਡੱਬੇ ਵਿੱਚ ਉਹਨਾਂ ਲੜਕੀਆਂ ਨੂੰ ਬਿਠਾ ਕੇ ਉਹਨੇ ਮੱਥੇ ਨਾਲ ਹੱਥ ਲਾ ਕੇ ਕਿਹਾ, ਅੱਜ ਮੇਰਾ ਮੌਲਾ ਖੁਸ਼ ਹੋ ਗਿਆ ਹੈ। ਠੀਕ ਹੈ, ਇਨਸਾਨ ਦੇਵਤਾ ਵੀ ਹੈ ਤੇ ਸ਼ੈਤਾਨ ਵੀ। ਪਤਾ ਨਹੀਂ ਕਿਸ ਵੇਲੇ ਕਿਸ ਗੁਣ ਨੇ ਪ੍ਰਬਲ ਹੋ ਜਾਣਾ ਹੈ। ਘਰੋਂ ਬੇਘਰ ਹੋ ਗਏ। 17 ਅਗਸਤ ਤੋਂ 20 ਤੱਕ ਅਸਾਂ ਬੜੀ ਡਾਵਾਂ ਡੋਲ ਹਾਲਤ ਵਿੱਚ ਸਮਾਂ ਗੁਜ਼ਾਰਿਆ। ਸੱਚ ਜਾਣੋ, ਉਸ ਵੇਲੇ ਕੰਧਾਂ ਦੇ ਪਰਛਾਵਿਆਂ ਉਹਲੇ ਵੀ ਮੌਤ ਲੁਕੀ ਬੈਠੀ ਮਹਿਸੂਸ ਹੁੰਦੀ ਸੀ। ਅਗਲੇ ਪਿੰਡਾਂ ਦੇ ਉਜੜੇ ਲੋਕ ਜਦ ਪਿੰਡ ਵਿੱਚ ਦੀ ਲੰਘਦੇ ਸਨ ਤਾਂ ਸਾਡਾ ਹੌਸਲਾ ਅਸਲੋਂ ਢਹਿ ਜਾਂਦਾ ਸੀ। ਅਖੀਰ ਘਰ ਛੱਡਣ ਦਾ ਸਮਾਂ ਆ ਗਿਆ। 21 ਅਗਸਤ ਨੂੰ ਸਵੇਰੇ ਹੀ ਸਰਦਾਰ ਪੂਰਨ ਸਿੰਘ ਗੱਡ ਲੈ ਕੇ ਆ ਗਏ। ਮੇਰੀ ਪਤਨੀ ਦੀ ਛੋਟੀ ਭੈਣ ਉਹਨਾਂ ਨਾਲ ਵਿਆਹੀ ਹੋਈ ਸੀ। ਉਹਨਾਂ ਦਾ ਪਿੰਡ ਸਨ ਖਤਰਾ ਸਾਥੋਂ ਸਭੋ 6 ਮੀਲ ਸੀ। ਜਿੱਥੇ ਸਾਡੇ ਪਿੰਡ ਦੀ ਜ਼ਮੀਨ ਮੁੱਕਦੀ ਸੀ, ਉਥੋਂ ਭਾਰਤ ਸ਼ੁਰੂ ਹੋ ਗਿਆ ਤੇ ਜਿੱਥੇ ਸਨ ਖਤਰੇ ਦੀ ਹੱਦ ਮੁੱਕਦੀ ਸੀ, ਉਥੋਂ ਪਾਕਿਸਤਾਨ। ਮੇਰੇ ਮੁਸਲਮਾਨ ਮੁਜ਼ਾਰੇ ਮੀਆਂ ਅੱਲਾ ਦਿੱਤਾ ਤੇ ਉਹਦੇ ਦੋਵੇਂ ਗੱਭਰੂ ਪੁੱਤਰ ਵੀ ਆ ਗਏ। ਬਹੁਤ ਸਾਰਾ ਸਮਾਨ ਗੱਡੇ ਉੱਤੇ ਲੱਦ ਲਿਆ। ਅੱਲਾ ਦਿੱਤਾ ਕਿ ਪਿੰਡੋਂ ਚੋਖੀ ਦੂਰ ਸਾਨੂੰ ਤੋਰਨ ਗਏ। ਅੱਲਾ ਦਿੱਤਾ ਉਮਰ ਵਿੱਚ ਮੈਥੋਂ ਚੋਖਾ ਵੱਡਾ ਸੀ। ਮੇਰੇ ਦੋਵੇਂ ਹੱਥ ਫੜ ਕੇ ਉਹਨੇ ਕਿਹਾ, ਸਰਦਾਰ ਜੀ, ਤੁਸੀਂ ਨਹੀਂ, ਅਸੀਂ ਉੱਜੜ ਗਏ ਹਾਂ। ਮਾਰ ਘੱਤਿਆ ਸਾਨੂੰ ਇਹਨਾਂ ਲੀਡਰਾਂ ਨੇ। ਉਸ ਵੇਲੇ ਉਹਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਰਹੇ ਸਨ। ਸਾਡੇ ਮਾਲ ਦਾ ਬਾਗੀ ਸੀ ਮੰਗੂ ਘੁਮਿਆਰ ਦਾ ਲੜਕਾ ਬਰਕਤ। ਅਸਲ ਵਿੱਚ ਉਹ 24 ਘੰਟੇ ਦਾ ਨੌਕਰ ਸੀ। ਉਮਰ ਸੀ ਉਸ ਵੇਲੇ 14-15 ਸਾਲ। ਉਹਨੇ ਤਿੰਨੇ ਮਈਆਂ ਅੱਗੇ ਲਾ ਲਈਆਂ। ਮੇਰੀ ਪਤਨੀ ਘੋੜੀ ਤੇ ਅਸਵਾਰ ਸੀ ਤੇ ਮੈਂ ਨਾਲ ਪੈਦਲ ਜਾ ਰਿਹਾ ਸਾਂ। ਬਰਕਤ ਦਾ ਮਾਂ ਪਿਓ ਮੀਲ ਭਰ ਸਾਡੇ ਨਾਲ ਗਏ। ਵਿਛੜਨ ਲੱਗਿਆਂ ਦੋਹਾਂ ਜੀਆਂ ਨੇ ਬਰਕਤ ਦੀ ਬਾਂਹ ਮੇਰੇ ਹੱਥ ਫੜਾ ਦਿੱਤੀ। ਹੰਝੂ ਕੇਰਦੀ ਬਰਕਤ ਦੀ ਮਾਂ ਬੋਲੀ, ਸਰਦਾਰ, 4 ਸਾਲ ਹੋ ਗਿਆ ਏ ਇਹਨੂੰ ਤੇਰੇ ਘਰ ਦਾ ਖਾਂਦਿਆਂ। ਜਾ, ਮੈਂ ਇਹਨੂੰ 32 ਧਾਰਾਂ ਬਖਸ਼ੀਆਂ, ਇਹ ਤੇਰਾ ਪੁੱਤਰ ਹੋਇਆ, ਇਹਨੂੰ ਸਿੱਖ ਬਣਾ ਲਈ। ਨਾਲ ਹੀ ਉਹ ਦੋਵੇਂ ਜੀ ਭੁੱਬਾਂ ਮਾਰ ਕੇ ਰੋ ਪਏ। ਭਾਬੀ, ਉਮਰ ਵੱਡੀ ਹੋਣ ਕਰਕੇ ਮੈਂ ਉਹਨੂੰ ਭਾਬੀ ਭਰਜਾਈ ਕਿਹਾ ਕਰਦਾ ਸਾਂ। ਬਰਕਤ ਮੁਸਲਮਾਨ ਹੀ ਰਹੇਗਾ, ਜਿੰਨਾ ਹੋ ਸਕੇਗਾ ਮੈਂ ਇਹਦਾ ਭਲਾ ਹੀ ਸੋਚਾਂਗਾ। ਅੱਖਾਂ ਪੂੰਝਦੇ ਉਹ ਵਾਪਸ ਮੁੜ ਗਏ। ਅਜੇ ਤੱਕ ਮੈਂ ਕਈ ਵਾਰ ਸੋਚਿਆ ਕਰਦਾ ਹਾਂ, ਕਾਸ਼ ਇੰਨੀ ਇਨਸਾਨੀਅਤ
ਕਿਤੇ ਸਾਡੇ ਲੀਡਰਾਂ ਵਿੱਚ ਵੀ ਹੁੰਦੀ। ਬਰਕਤ 4 ਦਿਨ ਸਾਡੇ ਕੋਲ ਰਿਹਾ। ਚੱਪਾ ਚੱਪਾ ਵਾਲ ਉਹ ਧਾਗੇ ਨਾਲ ਬੰਨ੍ਹ ਕੇ ਉੱਤੇ 50 ਵਾਲੀ ਪੱਗ ਬੰਨ੍ਹਦਾ। ਪੁੱਛਣ ਵਾਲੇ ਨੂੰ ਉਹ ਦੱਸਦਾ, ਮੈਂ ਗਿਆਨੀ ਜੀ ਦਾ ਛੋਟਾ ਪੁੱਤਰ ਹਾਂ ਤੇ ਮੇਰਾ ਨਾਮ ਬਰਕਤ ਸਿੰਘ ਹੈ। ਤੀਸਰੇ ਦਿਨ ਇੱਕ ਮਾਰੂ ਘਟਨਾ ਵਾਪਰੀ। ਇੱਕ ਮਾੜੀ ਜੀ ਟਾਇਰ ਉੱਤੇ ਬੁੱਢੜਾ ਫਕੀਰ ਜਾ ਰਿਹਾ ਸੀ। 12-12, 14-14 ਵਰ੍ਹਿਆਂ ਦੇ ਮੁੰਡਿਆਂ ਨੇ ਉਹਨੂੰ ਬਰਛੀਆਂ ਮਾਰ ਕੇ ਮਾਰ ਦਿੱਤਾ। ਉਹਦੇ ਕੋਲੋਂ ਸਿਰਫ 2 ਕਿਲੋ ਆਟਾ ਨਿਕਲਿਆ। ਇਸ ਦੁਰਘਟਨਾ ਦਾ ਮੇਰੇ ਦਿਲ ਤੇ ਬਹੁਤ ਬੁਰਾ ਅਸਰ ਹੋਇਆ। ਮੈਂ ਸੋਚਿਆ, ਜੇ ਕਿਸੇ ਨੇ ਬਰਕਤ ਨੂੰ ਮਾਰ ਦਿੱਤਾ ਤਾਂ ਸਾਰੀ ਉਮਰ ਮੇਰੀ ਆਤਮਾ ਤੋਂ ਇਹ ਬੋਝ ਨਹੀਂ ਲੈਣਾ। ਮੈਂ ਝੂਠੇ ਲਾਰੇ ਲਾ ਕੇ ਕਿ ਅਮਨ ਹੋ ਜਾਵੇਗਾ ਤਾਂ ਅਸੀਂ ਤੈਨੂੰ ਆਪਣੇ ਕੋਲ ਬੁਲਾ ਲਵਾਂਗੇ। ਮੈਂ ਬਰਕਤ ਨੂੰ ਪਿੰਡ ਨੂੰ ਤੋਰ ਦਿੱਤਾ। 22 ਅਗਸਤ ਦੀ ਰਾਤ। 22 ਅਗਸਤ ਨੂੰ ਮੀਂਹ ਸ਼ੁਰੂ ਹੋ ਗਿਆ। ਸਰਦਾਰ ਪੂਰਨ ਸਿੰਘ ਘਰ ਗੁਜ਼ਾਰੇ ਜੋਗਾ ਹੀ ਸੀ। ਸਿਰਫ 2 ਕੱਚੇ ਕੋਠੇ, ਉਹ ਦੋਵੇਂ ਸਮਾਨ ਨਾਲ ਭਰੇ ਪਏ ਸਨ। 22 ਨੂੰ ਕੁਝ ਹੋਰ ਰਿਸ਼ਤੇਦਾਰ ਵੀ ਆ ਗਏ। ਜਿੱਥੇ ਸਾਡੇ ਘਰ ਕਾਦੀਵਿੰਡ ਪਸ਼ੂਆਂ ਵਾਸਤੇ ਵੀ ਛੱਤਾਂ ਹੈਗੀਆਂ ਸਨ ਖਤਰੇ ਸਾਰੀ ਰਾਤ ਅਸਾਂ ਕੋਠੇ ਉੱਤੇ ਮੀਂਹ ਵਿੱਚ ਕੱਟੀ। ਇੱਕ ਮੰਜੇ ਦੇ ਦੋਹੀਂ ਪਾਸੀਂ 2 ਮੰਜੇ ਖੜੇ ਕਰਕੇ ਉੱਪਰ ਲੀੜੇ ਪਾ ਦਿੱਤੇ। ਮੰਜੇ ਦੇ ਸਿਰਹਾਣੇ ਪਾਸੇ ਮੈਂ ਬੈਠਾ ਸਾਂ ਤੇ ਪੈਂਦ ਵਾਲੇ ਮੇਰੀ ਪਤਨੀ। ਗੋਦ ਵਿੱਚ ਸਾਡੀ ਲੜਕੀ ਸੁੱਤੀ ਪਈ ਸੀ। ਸਾਰੀ ਰਾਤ ਮੀਂਹ ਵਰਦਾ ਰਿਹਾ। ਉਸ ਰਾਤ ਉਸ ਪਿੰਡ ਵਿੱਚ ਚੋਖੇ ਲੋਕ ਆਏ ਹੋਏ ਸਨ। ਜਿਨ੍ਹਾਂ ਦੀ ਪਿੰਡ ਵਿੱਚ ਕੋਈ ਠਾਰ ਨਹੀਂ ਸੀ, ਉਹਨਾਂ ਨੂੰ ਇੰਨਾ ਧਰਵਾਸ ਹੀ ਕਾਫੀ ਸੀ ਕਿ ਮੌਤ ਦੇ ਘੇਰੇ ਵਿੱਚੋਂ ਨਿਕਲ ਕੇ ਜ਼ਿੰਦਗੀ ਦੀ ਵਾਦੀ ਵਿੱਚ ਆ ਗਏ ਹਨ। ਪਿੰਡ ਦੀਆਂ ਕੰਧਿਆਂ ਦੇ ਨਾਲ ਹੀ ਦੱਖਣ ਪੂਰਬ ਦੀ ਗੁੱਠ ਵਿੱਚ ਕਬਰਸਤਾਨ ਸੀ। ਸਾਰੀ ਰਾਤ ਉੱਥੋਂ ਮੀਂਹ ਵਰਦੇ ਵਿੱਚ ਰੋਣ ਦੀ ਆਵਾਜ਼ ਆਉਂਦੀ ਰਹੀ। ਮੈਥੋਂ ਰਿਹਾ ਨਾ ਗਿਆ। ਦਿਨ ਚੜੇ ਜਰਾ ਮੀਂਹ ਰੁਕਿਆ ਤਾਂ ਮੈਂ ਵੇਖਣ ਗਿਆ। ਪਿੰਡ ਵੀਰਮ ਦੀ ਮੁਟਿਆਰ ਬੀਬੀ ਬੱਗੋ ਕਾਫਲੇ ਨਾਲ ਭੁੱਖੀ ਤੇ ਆਈ ਭੱਜੀ ਆਈ। ਇੱਥੇ ਆ ਕੇ ਉਹਦੇ ਘਰ ਲੜਕਾ ਹੋਇਆ। ਕੁਝ ਘੜੀਆਂ ਸਾਹ ਲੈ ਕੇ ਲੜਕਾ ਵੀ ਤੇ ਬੀਬੀ ਬੱਗੋ ਵੀ ਆਜ਼ਾਦ ਭਾਰਤ ਚੋਂ ਵਿਦਾ ਹੋ ਗਏ। ਲਾਗੇ ਦੇ ਘਰੋਂ ਕਹੀ ਮੰਗ ਕੇ ਵਾਰਸਾਂ ਨੇ ਟੋਆ ਪੁੱਟਿਆ ਤੇ ਮਾਂ ਦੇ ਲੀੜੇ ਵਿੱਚ ਪੁੱਤਰ ਨੂੰ ਵਲੇਟ ਕੇ ਦੱਬ ਦਿੱਤਾ। ਉਹ ਦੁਖਦਾਈ ਨਜ਼ਾਰਾ ਮੈਨੂੰ ਅੱਜ ਤੱਕ ਨਹੀਂ ਭੁੱਲਿਆ। ਮੇਰੇ ਨਾਵਲ ਈਚੋ ਗਿੱਲ ਨਹਿਰ ਤੱਕ ਵਿੱਚ ਭਿੱਖੀਵਿੰਡ ਦਾ ਨਜ਼ਾਰਾ ਉਹੀ ਤਾਂ ਹੈ। ਆਪਣੇ ਬੇਗਾਨੇ ਹੋ ਗਏ। ਰਹੀਮ ਮੁਸਲਮਾਨ ਸੀ ਪਰ ਹਿੰਦੀ ਦਾ ਮਹਾਨ ਕਵੀ। ਉਸ ਦਾ ਇੱਕ ਦੋਹਾ ਯਾਦ ਆ ਗਿਆ ਹੈ, ਜੇ ਰਹੀਮ ਦਰ ਦਰ ਫਿਰੇ ਮਾਂਗ ਮਧੂਕਰੀ ਖਾਏ, ਜਾਰੋ ਜਾਰੀ ਛੋੜ ਦੋ ਆਬ ਰਹੀਮ ਵੈ ਨਾਹੀ। ਪਾਕਿਸਤਾਨ ਤੋਂ ਉੱਜੜ ਕੇ ਆਉਣ ਵਾਲਿਆਂ ਵੱਲੋਂ ਕਈ ਨੇੜਲੇ ਸੰਬੰਧੀ ਵੀ ਮੂੰਹ ਮੋੜ ਗਏ ਸਨ। ਅਸੀਂ ਸਮਝਦੇ ਸਾਂ ਕਿ ਸਨ ਖਤਰੇ ਸਾਡਾ ਗੁਜ਼ਾਰਾ ਨਹੀਂ, ਸਾਨੂੰ ਅਗਾਂਹ ਕੋਈ ਹੋਰ ਟਿਕਾਣਾ ਭਾਲਣਾ ਪਵੇਗਾ। ਸੋ 30 ਅਗਸਤ ਨੂੰ ਅਸੀਂ ਕੁਝ ਸਮਾਨ ਲੱਦ ਕੇ ਉੱਥੋਂ ਤੁਰ ਪਏ। ਭਿੱਖੀਵਿੰਡ ਦੇ ਨੇੜੇ ਮੇਰੀ ਸਕੀ ਮਾਸੀ ਦੀ ਨੂੰਹ ਮਿਲ ਪਈ। ਹਮਦਰਦੀ ਪ੍ਰਗਟ ਕਰਨ ਦੀ ਥਾਂ ਉਹਨੇ ਬੜੀ ਚੁਭਵੀਂ ਸੁਰ ਵਿੱਚ ਕਿਹਾ, ਵੇ ਉੱਚੀਆਂ ਬਾਹੀਂ ਕਰ ਕਰ ਕਿਆ ਕਰਦਾ ਸੈਂ, ਆਜ਼ਾਦੀ ਲੈਣੀ ਹੈ, ਆ ਆਜ਼ਾਦੀ ਲੱਦੀ ਜਾਂਦਾ ਹੈ। ਇਹ ਬੋਲੀ ਮੇਰੇ ਦਿਲ ਵਿੱਚ ਤੀਰ ਵਾਂਗ ਚੁਭ ਗਈ। ਮੈਂ ਇੰਨਾ ਹੀ ਉੱਤਰ ਦਿੱਤਾ, ਭਾਬੀ ਜੀ ਫਿਕਰ ਨਾ ਕਰੋ, ਤੁਹਾਡੇ ਬੂਹੇ ਤੇ ਨਹੀਂ ਆਉਂਦੇ। ਆਂਦੇ ਨੇ ਤਲਵਾਰ ਦਾ ਫੱਟ ਮਿਲ ਜਾਂਦਾ ਹੈ ਪਰ ਬੋਲੀ ਦਾ ਨਹੀਂ। ਮੈਂ ਸਰਦਾਰ ਗੁਰਦਿੱਤ ਸਿੰਘ ਦੀ ਪਿੰਡ ਮੂਸੇ ਦਾ ਧੰਨਵਾਦੀ ਹਾਂ। ਕੁਛ ਦਿਨ ਅਸਾਂ ਉਹਨਾਂ ਦੇ ਘਰ ਆਪਣਿਆਂ ਵਾਂਗ ਕੱਟੇ। ਉਹਨਾਂ ਦੇ ਤੇ ਮੇਰੇ ਨਾਨਕੇ ਪਿੰਡ ਜਗਤਪੁਰੇ ਸਨ। ਹਾਲਾਤ ਨੂੰ ਮੁੱਖ ਰੱਖ ਕੇ ਅਸੀਂ ਉੱਥੋਂ ਵੀ ਅਗਾਂਹ ਤੁਰ ਪਏ। ਪਹਿਲਾਂ ਪਿੰਡ ਸਹਾਬਪੁਰਾ ਡਿਆਲ ਤਹਿਸੀਲ ਤਰਨਤਾਰਨ ਵਿੱਚ ਆਰਜੀ ਜ਼ਮੀਨ ਕਟਾਈ, ਪਰ ਉੱਥੋਂ ਕੈਂਸਲ ਹੋ ਗਈ ਤਾਂ ਜੀਰੇ ਚਲੇ ਗਏ। ਵਿਸਥਾਰ ਨਾਲ ਮੈਂ ਆਪਣੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਵਿੱਚ ਸਭ ਕੁਝ ਲਿਖ ਆਇਆ ਹਾਂ। ਸਹਾਇਤਾ ਨਹੀਂ, ਸੌਦਾ। ਜੀਰੇ ਐਵੇਂ ਪੈਰ ਧਰਾਵਾ ਹੀ ਕੀਤਾ ਸੀ। ਮੇਰਾ ਇਰਾਦਾ ਕਿਸੇ ਚੰਗੇ ਸ਼ਹਿਰ ਵਿੱਚ ਵਸਣ ਦਾ ਸੀ, ਜਿੱਥੇ ਬੱਚਿਆਂ ਨੂੰ ਚੰਗੀ ਤਾਲੀਮ ਦੇ ਸਕਾਂ। ਸਰਦਾਰਨੀ ਬਾਲ ਬੱਚਿਆਂ ਨੂੰ ਲੈ ਕੇ ਪੇਕੇ ਘਰ ਨਗਰ ਪੜਾਣਾ ਤਹਿਸੀਲ ਜ਼ੀਰਾ ਚਲੀ ਗਈ ਤੇ ਮੈਂ ਪੱਕਾ ਟਿਕਾਣਾ ਭਾਲਣ ਵਿੱਚ ਲੱਗ ਗਿਆ। ਸਟੇਜ ਉੱਤੇ ਪ੍ਰਭਾਵ ਹੋਣ ਦੇ ਕਾਰਨ ਕੁਝ ਵੱਡਿਆਂ ਬੰਦਿਆਂ ਨਾਲ ਜਾਣ ਪਛਾਣ ਸੀ। ਵੱਡਿਆਂ ਬੰਦਿਆਂ ਨਾਲ ਜਾਣ ਪਛਾਣ ਹੀ ਹੋ ਸਕਦੀ ਹੈ, ਦੋਸਤੀ ਦਾ ਭੁਲੇਖਾ ਕਦੇ ਨਹੀਂ ਖਾਣਾ ਚਾਹੀਦਾ।
12 ਪੋਹ ਨੂੰ ਸਵੇਰੇ 10 ਵਜੇ ਮੈਂ ਪਟਿਆਲੇ ਡਿਉੜੀ ਵਾਲੇ ਸਰਦਾਰ ਦੀ ਕੋਠੀ ਜਾ ਪਹੁੰਚਾ। ਉਹ ਅੱਗੇ ਫਤਿਹਗੜ੍ਹ ਸਾਹਿਬ ਜਾਣ ਵਾਸਤੇ ਤਿਆਰ ਖੜੇ ਸਨ। ਮੈਨੂੰ ਵੇਖਦੇ ਸਾਰ ਬੜੇ ਉਤਸ਼ਾਹ ਨਾਲ ਬੋਲੇ, ਲਓ ਸਾਡਾ ਮੇਲਾ ਬਣ ਗਿਆ, ਗਿਆਨੀ ਜੀ ਬੈਠੋ ਕਾਰ ਵਿੱਚ। ਮੈਂ ਕਿਹਾ, ਜਿਸ ਕੰਮ ਮੈਂ ਆਇਆ ਹਾਂ ਪਹਿਲਾਂ ਮੇਰੀ ਬੇਨਤੀ ਤਾਂ ਸੁਣ ਲਵੋ। ਮੇਰੇ ਨਾਲ ਕਾਰ ਵਿੱਚ ਬੈਠੋ, ਰਾਹ ਵਿੱਚ ਗੱਲਾਂ ਕਰਦੇ ਚੱਲਾਂਗੇ। ਉਹਨਾਂ ਸਰਦਾਰੀ ਰੋਹਬ ਨਾਲ ਕਿਹਾ, ਜੀ ਮੈਂ ਤਾਂ ਨਾਲ ਬਿਸਤਰਾ ਲੈ ਕੇ ਵੀ ਨਹੀਂ ਆਇਆ। ਮੈਨੂੰ ਉੱਤਰ ਦੇਣ ਦੀ ਥਾਂ ਉਹਨਾਂ ਨੌਕਰ ਨੂੰ ਕਹਿ ਕੇ ਇੱਕ ਬਿਸਤਰਾ ਹੋਰ ਰਖਵਾ ਲਿਆ। ਕਾਫਲਾ ਤੁਰ ਪਿਆ। ਮੈਂ ਸਰਦਾਰ ਸਾਹਿਬ ਦੇ ਨਾਲ ਅਗਲੀ ਸੀਟ ਤੇ ਬੈਠਾ ਸਾਂ। ਕੁਝ ਸਰਸਰੀ ਗੱਲਾਂ ਬਾਤਾਂ ਪਿੱਛੋਂ ਅਸਲੀ ਮਤਲਬ ਦੀ ਗੱਲ ਸਾਹਮਣੇ ਆ ਗਈ। ਉਹਨਾਂ ਸਾਫ਼ ਸ਼ਬਦਾਂ ਵਿੱਚ ਕਹਿਣਾ ਸ਼ੁਰੂ ਕੀਤਾ, ਵੇਖੋ ਗਿਆਨੀ ਜੀ, ਇਸ ਵੇਲੇ ਤੁਹਾਨੂੰ ਸਾਡੀ ਸਹਾਇਤਾ ਦੀ ਲੋੜ ਹੈ ਤੇ ਸਾਨੂੰ ਤੁਹਾਡੀ ਮਦਦ ਦੀ। ਕਿਲ੍ਹਾ ਮੁਬਾਰਕ ਦੇ ਸਾਹਮਣੇ ਇੱਕ ਮੁਸਲਮਾਨ ਦੀ ਬਹੁਤ ਵੱਡੀ ਦੁਕਾਨ ਬੂਟਾਂ ਦੀ ਭਰੀ ਹੋਈ ਬੰਦ ਹੈ, ਉਹ ਮਿਲ ਜਾਵੇਗੀ ਤੇ 2-3 ਖੁੱਲੀਆਂ ਹਵੇਲੀਆਂ ਵੀ ਕਬਜ਼ੇ ਵਿੱਚ ਨੇ। ਜਿਹੜੀ ਤੁਹਾਨੂੰ ਪਸੰਦ ਆਵੇ, ਹੋਰ ਮਾਲੀ ਮਦਦ ਵੀ ਜੋ ਚਾਹੋਗੇ ਹੋ ਜਾਵੇਗੀ। ਅਸਾਂ ਪ੍ਰੋਗਰਾਮ ਬਣਾਇਆ ਹੈ ਕਿ ਮਹਾਰਾਜਾ ਸਾਹਿਬ ਨੂੰ ਸਿੱਖਾਂ ਦਾ ਵਾਹਿਦ ਲੀਡਰ ਬਣਾ ਦੇਣਾ ਹੈ। ਤੁਹਾਡੇ ਵਰਗਾ ਬੁਲਾਰਾ ਨਾਲ ਹੋਵੇ ਤਾਂ ਕਿਹੜੀ ਗੱਲ ਅਸੰਭਵ ਹੈ। 12 ਪੋਹ ਨੂੰ ਫਤਿਹਗੜ੍ਹ ਸਾਹਿਬ ਤੇ ਫਿਰ 13 ਨੂੰ ਜੋਤੀ ਸਰੂਪ ਲੈਕਚਰ ਦਿੱਤਾ। ਗੁਰੂ ਦੀ ਮਿਹਰ ਦੋਵੇਂ ਲੈਕਚਰ ਬੜੇ ਚੰਗੇ ਵਸੇ। ਸੰਗਤਾਂ ਵੱਲੋਂ ਕਿਆਸ ਤੋਂ ਵੱਧ ਸੇਵਾ ਹੋ ਗਈ। ਅਗਲੇ ਦਿਨ ਮੈਂ ਸਰਸਰੀ ਹਾਂ ਕਰਕੇ ਆ ਗਿਆ। ਕਈ ਦਿਨ ਮੈਂ ਸੋਚਦਾ ਰਿਹਾ, ਇਹ ਸਹਾਇਤਾ ਨਹੀਂ ਸੌਦਾ ਹੈ। ਬੋਲ ਵਿਕਣਾ ਚਾਹੁੰਦਾ ਹੈ, ਫਿਰ ਹਿਜ ਮਾਸਟਰ ਵਾਇਸ ਦਾ ਰਿਕਾਰਡ ਬਣ ਕੇ ਵੱਜਣਾ ਪਵੇਗਾ। ਜ਼ਮੀਰ ਦੀ ਆਵਾਜ਼ ਵੱਲੋਂ ਕੰਨ ਬੰਦ ਕਰਨੇ ਪੈਣਗੇ। ਮਾਲੀ ਮਜਬੂਰੀਆਂ ਜ਼ਰੂਰ ਸਨ, ਪਰ ਮੈਂ ਵਿਕਣ ਵਾਸਤੇ ਤਿਆਰ ਨਾ ਹੋਇਆ। ਪਟਿਆਲੇ ਜਾਣ ਦਾ ਇਰਾਦਾ ਸਦਾ ਵਾਸਤੇ ਦਿਲੋਂ ਕੱਢ ਦਿੱਤਾ। ਉਸ ਤੋਂ ਪਿੱਛੋਂ ਪੰਜਾਬ ਦੇ 2 ਚੀਫ ਮਿਨਿਸਟਰ ਸਾਹਿਬਾਨ ਨਾਲ ਵਿਵਾਹ ਪਿਆ। ਮਸਲਾ ਇਹੋ ਸੀ ਨਿਲਾਮੀ ਦਾ ਮਾਲ ਬਣਨ ਦਾ, ਪਰ ਗੁਰੂ ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ। ਇੱਕ ਚੀਫ ਮਿਨਿਸਟਰ ਸਾਹਿਬ ਤਾਂ ਮੇਰੇ ਨਾਲ ਨਾਰਾਜ਼ ਵੀ ਹੋ ਗਏ। ਅਭੁੱਲ ਯਾਦਾਂ ਭਾਗ 8ਵਾਂ। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।